ਵੈਲਕਮ ਦੋਸਤੋ, ਮੈਂ NBK ਤੁਹਾਡਾ ਮੋਟੀਵੇਸ਼ਨਲ ਟ੍ਰੇਨਰ ਮੈਂਟਰ ਅੱਜ ਇੱਕ ਵਾਰੀ ਫੇਰ ਤੋਂ ਤਹਿ ਦਿਲੋਂ ਤੁਹਾਡਾ ਨਿੱਘਾ ਸਵਾਗਤ ਕਰਦਾ। ਤੁਹਾਡੇ ਲਈ ਹਾਜ਼ਰ ਹਾਂ, ਤੁਹਾਡੀ એનર્ਜੀਜ਼ ਦੀ ਵੈਲਨੈਸ ਨੂੰ ਰਿਪਲੀਟ ਕਰਨ ਲਈ, ਤੁਹਾਡੀ ਮੋਟੀਵੇਸ਼ਨ ਲਈ ਔਰ ਤੁਹਾਡੀ ਗੁੱਡ ਹੈਲਥ ਲਈ ਡਿਫਰੈਂਟ ਟੌਪਿਕਸ ਲੈ ਕੇ ਆਉਂਦਾ ਰਹਿੰਦਾ। ਅੱਜ ਦਾ ਵੀ ਟੌਪਿਕ ਬੜਾ ਇੰਟਰਸਟਿੰਗ ਹੈ। ਪਹਿਲਾਂ ਤਾਂ ਤੁਹਾਨੂੰ ਮੈਂ ਗ੍ਰੀਟ ਕਰਦਾ, ਸਤਿ ਸ਼੍ਰੀ ਅਕਾਲ, ਨਮਸਤੇ ਤੇ ਸਲਾਮ ਵਾਲੇਕੁਮ ਬੁਲਾਉਂਦੇ ਹੋਏ। ਇਹਦੇ ਨਾਲ ਹੀ ਤੁਹਾਨੂੰ ਦੱਸਦਾ ਕਿ ਅੱਜ ਦਾ ਟੌਪਿਕ ਹੈ ਨਿਊਰੋ ਪਲਾਸਟਿਸਿਟੀ। ਬੜਾ ਡਾਇਨਾਮਿਕ ਟੌਪਿਕ ਹੈ ਦੋਸਤੋ ਅੱਜ ਦਾ, ਹੈ ਬੜਾ ਸਾਇੰਟੀਫਿਕ ਹੈ। ਬੜੇ ਸਿੰਪਲ ਜਿਹੇ ਸ਼ਬਦਾਂ 'ਚ ਮੈਂ ਕੋਸ਼ਿਸ਼ ਕਰ ਰਿਹਾ ਤੁਹਾਨੂੰ ਸਮਝਾਉਣ ਦੀ, ਔਰ ਤੁਸੀਂ ਸਮਝ ਵੀ ਜਾਓਗੇ, ਇਹ ਦਾਅਵਾ ਕਰਦਾ, ਕਿਉਂਕਿ ਤੁਹਾਡੀ ਕਾਮਯਾਬੀ ਹੀ ਮੇਰੀ ਕਾਮਯਾਬੀ ਹੈ। ਦੋਸਤੋ, ਨਿਊਰੋ ਮਤਲਬ ਸਾਡਾ ਬ੍ਰੇਨ, ਪਲਾਸਟਿਸਿਟੀ ਵਿੱਚ ਇੱਕ ਸ਼ਬਦ ਆ ਰਿਹਾ ਪਲਾਸਟਿਕ। ਪਲਾਸਟਿਕ ਦਾ ਜਿੱਦਾਂ ਇੱਕ ਕੁਆਲਿਟੀ ਹੁੰਦੀ ਹੈ ਕਿ ਜਿੱਦਾਂ ਮਰਜ਼ੀ ਆਪਾਂ ਉਹਨੂੰ ਮੋਲਡ ਕਰ ਸਕਦੇ ਹਾਂ, ਮਤਲਬ ਆਪਾਂ ਉਹਦੀ ਰੀਫਾਰਮੇਸ਼ਨ ਕਰ ਸਕਦੇ ਹਾਂ। ਐਦਾਂ ਹੀ ਸਾਡਾ ਇਹ ਜੋ ਟੌਪਿਕ ਹੈ ਉਹਦੇ ਵਿੱਚ ਵੀ ਇੱਕ ਸਿਮਿਲਰ ਮਤਲਬ ਹੈ ਕਿ ਸਾਡਾ ਬ੍ਰੇਨ ਜੋ ਹੈ ਹਰ ਪਲ ਇਹਦੀ ਟਰਾਂਸਫਾਰਮੇਸ਼ਨ ਚੱਲ ਰਹੀ ਹੈ, ਇਹਦੀ ਰੀਫਾਰਮੇਸ਼ਨ ਚੱਲ ਰਹੀ ਹੈ। ਸਾਡੀ ਬਾਡੀ ਦੇ ਵਿੱਚ ਬ੍ਰੇਨ ਦੇ ਵਿੱਚੋਂ ਜੋ ਵੀ ਟਰਾਂਸਮਿਸ਼ਨਸ ਹੁੰਦੀਆਂ ਨਿਊਰੋਨਸ ਦੇ ਥਰੂ, ਸਾਡੇ ਕੋਈ ਵੀ ਐਕਸ਼ਨਸ ਲਈ, ਸਾਡੀਆਂ ਹੈਬਿਟਸ ਲਈ, ਸਾਡੀਆਂ ਨਵੀਆਂ ਹੈਬਿਟਸ ਲਈ, ਪੁਰਾਣੀਆਂ ਲਈ, ਕੁਝ ਬਦਲਣ ਦੇ ਲਈ, ਸਾਰਾ ਕੁਝ ਕੰਟਰੋਲ ਸਾਡੇ ਬ੍ਰੇਨ ਕੋਲ ਹੈ। ਔਰ ਇਹਦੀ ਹੈਪਨਿੰਗ ਜੋ ਵੀ ਹੁੰਦੀ ਹੈ, ਐਗਜ਼ੀਕਿਊਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਨਿਊਰੋਨਸ ਦੇ ਥਰੂ ਹੁੰਦੀ ਹੈ। ਦੋਸਤੋ, ਮੈਂ ਅੱਗੇ ਵੀ ਕਈ ਵਾਰੀ ਆਪਣੇ ਸੈਸ਼ਨਸ ਦੱਸਦਾ ਕਿ ਜਦੋਂ ਅਸੀਂ ਜਨਮ ਲੈਂਦੇ ਹਾਂ, ਸਾਡੇ ਬਾਡੀ ਦੇ ਵਿੱਚ ਸਾਡੇ 80 to 100 ਬਿਲੀਅਨ ਨਿਊਰੋਨਸ ਸਾਨੂੰ ਗਿਫਟ ਮਿਲਦੇ ਆ ਨੇਚਰ ਤੋਂ। ਔਰ ਇਹੀ ਸਾਡੀ ਬਾਡੀ ਦੇ ਵਿੱਚ ਸਾਡੇ ਇੱਕ ਐਸਾ ਪ੍ਰੋਟੀਨ ਦਾ ਰੋਲ ਅਦਾ ਕਰਦੇ, ਇਟਸੈਲਫ ਇਟਸ ਅ ਪ੍ਰੋਟੀਨ, ਕਿ ਜਿਹਦੇ ਨਾਲ ਸਾਡਾ ਇਮਿਊਨ ਸਿਸਟਮ ਡਾਇਰੈਕਟਲੀ ਬਹੁਤ ਹੀ ਇੰਪੈਕਟ ਹੁੰਦਾ ਹੈ, ਔਰ ਉਸੇ ਇੰਪੈਕਟ ਦੇ ਨਾਲ ਸਾਡੀ ਬਾਡੀ ਦੀ ਹੈਲਥ ਡਿਸਾਈਡ ਹੁੰਦੀ ਹੈ। ਦੋਸਤੋ, ਪਲ ਪਲ, ਹਰ ਪਲ, ਜਿਸ ਤਰ੍ਹਾਂ ਮੈਂ ਜਦੋਂ ਸੈਸ਼ਨ ਸ਼ੁਰੂ ਕੀਤਾ ਔਰ ਹੁਣ ਤੱਕ ਵੀ ਮੇਰੀ ਬ੍ਰੇਨ ਦੇ ਵਿੱਚ ਕਈ ਤਰ੍ਹਾਂ ਦੀਆਂ ਚੇਂਜਿਸ ਹੋ ਚੁੱਕੀਆਂ। ਤੁਸੀਂ ਸੁਣ ਰਹੇ ਹੋ, ਤੁਹਾਡੇ ਵਿੱਚ ਕਈ ਤਰ੍ਹਾਂ ਦੀ ਚੇਂਜਿਸ ਹੋ ਚੁੱਕੀਆਂ ਔਰ ਮੇਰੇ 'ਚ ਵੀ ਹੋ ਚੁੱਕੀਆਂ। ਇਹੀ ਇੱਕ ਡਾਇਨਾਮਿਕ ਕੁਆਲਿਟੀ ਹੈ ਸਾਡੇ ਬ੍ਰੇਨ ਦੀ, ਜਿਹਨੂੰ ਕਿ ਅੱਜ ਦਾ ਜੋ ਟੌਪਿਕ ਹੈ ਨਿਊਰੋ ਪਲਾਸਟਿਸਿਟੀ ਨਾਲ ਮੈਚ ਕੀਤਾ ਜਾਂਦਾ। ਦੋਸਤੋ, ਸਾਡੀ ਲਾਈਫ ਦੇ ਵਿੱਚ ਬੜੀਆਂ ਹੈਪਨਿੰਗਸ ਹੁੰਦੀਆਂ, ਜਨਮ ਤੋਂ ਲੈ ਕੇ ਪੂਰੀ ਲਾਈਫ ਦੀ ਜਰਨੀ ਚੱਲਦੀ ਰਹਿੰਦੀ ਹੈ। ਤਰ੍ਹਾਂ ਤਰ੍ਹਾਂ ਦੀਆਂ ਅਸੀਂ ਹੈਬਿਟਸ ਨਵੀਆਂ ਤੋਂ ਨਵੀਆਂ ਡਿਵੈਲਪ ਕਰਦੇ ਹਾਂ, ਪੁਰਾਣੀਆਂ ਨੂੰ ਕਈਆਂ ਨੂੰ ਡਿਲੀਟ ਵੀ ਕਰਦੇ ਹਾਂ, ਔਰ ਡਿਲੀਸ਼ਨ ਦੇ ਨਾਲ ਨਾਲ ਕੁਝ ਹੈਬਿਟਸ ਦੀ ਸਾਡੀ ਡਿਸਟੋਰਸ਼ਨ ਵੀ ਹੁੰਦੀ ਹੈ। ਡਿਲੀਸ਼ਨ ਇਹ ਪ੍ਰੋਸੈਸ ਥਰੂ ਆਊਟ ਲਾਈਫ ਚੱਲਦਾ ਹੈ, ਔਰ ਸਾਡੀ ਹੈਪੀਨੈਸ, ਸਾਡੀ ਵਰਦੀਨੈਸ, ਸੁੱਖ ਦੁੱਖ, ਸਹੀ ਗਲਤ, ਇਹ ਸਭ ਕੁਝ ਸਾਡੀ ਲਾਈਫ ਦੀ ਹੈਪਨਿੰਗਸ, ਸਾਡੇ ਰਿਲੇਸ਼ਨਸ਼ਿਪਸ, ਸਾਡੀ ਡੋਮੈਸਟਿਕ ਲਾਈਫ, ਸਾਡੀ ਕਮਰਸ਼ੀਅਲ ਲਾਈਫ, ਇੱਕ ਦੂਜੇ ਤੇ ਸਾਰਾ ਕੁਝ ਨਿਰਭਰ ਹੁੰਦਾ ਹੈ। ਕਿਹਨੂੰ ਲੈ ਕੇ? ਸਾਡੀ ਪਰਸਨੈਲਿਟੀ ਨੂੰ, ਸਾਡੇ ਐਪਟੀਟਿਊਡ ਨੂੰ, ਸਾਡੇ ਐਟੀਟਿਊਡ ਨੂੰ ਲੈ ਕੇ। ਜਿੱਦਾਂ ਦੀ ਸਾਡੀ ਪਰਸਨੈਲਿਟੀ ਹੋਏਗੀ, ਉੱਦਾਂ ਦੀ ਹੀ ਸਾਨੂੰ ਕਾਮਯਾਬੀ ਮਿਲੇਗੀ ਸਾਡੀ ਡੋਮੈਸਟਿਕ ਲਾਈਫ 'ਚ, ਸਾਡੀ ਕਮਰਸ਼ੀਅਲ ਲਾਈਫ 'ਚ। ਸੋ ਦੋਸਤੋ, ਟੌਪਿਕ ਨੂੰ ਡੀਪਲੀ ਫੋਕਸ ਕਰਦੇ ਹੋਏ ਸੈਸ਼ਨ ਨੂੰ ਅੱਗੇ ਵਧਾ ਰਿਹਾ, ਔਰ ਅੱਜ ਦੇ ਟੌਪਿਕ ਦੀ ਜੋ ਮੇਨ ਮੇਰੀ ਤਵੱਜੋ ਹੈ ਤੁਹਾਨੂੰ ਸਮਝਾਉਣ ਦੇ ਵਿੱਚ ਇਹੀ ਹੈ ਕਿ ਸਾਡੇ ਬ੍ਰੇਨ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਹਰ ਪਲ, ਹਰ ਘੰਟੇ, ਹਰ ਦਿਨ, ਸਾਲੋਂ ਸਾਲ ਚੱਲਦੀਆਂ ਰਹਿੰਦੀਆਂ। ਔਰ ਖੁਦਾ ਨੇ ਸਾਨੂੰ ਬੜੀ ਬਖਸ਼ਿਸ਼ ਦਿੱਤੀ ਹੈ, ਬੜੀ ਮਿਹਰਬਾਨੀ ਹੈ ਸਾਡੇ ਪਰਮਾਤਮਾ ਦੀ ਸਾਡੇ ਤੇ, ਕਿ ਅਸੀਂ ਹਰ ਕੁਝ ਪਾ ਸਕਦੇ ਹਾਂ ਇੱਕ ਅੱਛੀ ਸੋਚ ਦੇ ਨਾਲ। ਸੋਚ ਕਿੱਥੋਂ ਬਣਦੀ ਹੈ?
साडे ही ब्रेन तो, साडे ही इंटलैक्ट तो, साडियां ही क्वालिटीज़ ने। याद रखना दोस्तों, जो ब्रेन है इट्स नॉट अ गुड मास्टर बट इट्स अ वंडरफुल ऑसम सर्वेंट। हुण साडे ब्रेन दा मास्टर कौन है? साडा माइंड, साडा मन। हुण ब्रेन की क्वालिटी तुहानूं दस्सिया इट्स अ वेरी गुड सर्वेंट। जिद्दां दी कमांड साडे मन तो मिलेगी ये एग्जीक्यूट करेगा, सो एज उस एग्जीक्यूशन दे नाल साडी लाइफ दे विच डिफरेंट आसपैक्ट्स नूं लैके हैपनिंग्स दा साइकिल बरकरार रहिंदा है। खुशी, गमी, सक्सैस, फेलियर, अप डाउन, एक ऐसा ग्राफ है जो कॉन्टीन्यूसली साਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ डिफरेंट टाइम्स ਤੇ डिफरेंट इंपैक्ट्स ਦੇ ਨਾਲ ਸਾਡੇ ਉੱਪਰ ਅਸਰ ਕਰਦਾ ਹੈ। ਔਰ ਸਾਡੀ ਲਾਈਫ, ਜਿਹਨੂੰ ਮੈਂ ਅੱਗੇ ਸੈਸ਼ਨਸ ਵਿੱਚ ਹਮੇਸ਼ਾ ਕਹਿੰਦਾ, ਇੱਕ ਸਲੋਗਨ ਬਣਾਇਆ ਹੋਇਆ, ਲਿਵ ਇੰਟਰਸਟਿੰਗਲੀ ਫੋਰਐਵਰ। ਇਹ ਸਲੋਗਨ ਤੇ ਪੂਰਾ ਉਤਰਨ ਲਈ ਜੋ ਸਾਡੇ ਅੱਜ ਦੇ ਸੈਸ਼ਨ ਦਾ ਟੌਪਿਕ ਹੈ ਨਿਊਰੋਪਲਾਸਟਿਸਿਟੀ, ਸਾਡੀ ਲਾਈਫ ਦੇ ਉੱਪਰ ਲਿਵ ਇੰਟਰਸਟਿੰਗਲੀ ਫੋਰਐਵਰ ਨੂੰ ਪੂਰਾ ਕਰਨ ਲਈ ਅੱਜ ਦਾ ਟੌਪਿਕ ਅਗਰ ਸਮਝ ਲਿਆ, ਜੋ ਕਿ ਮੈਂ ਸਮਝਾ ਕੇ ਹੀ ਰਵਾਂਗਾ, ਤਾਂ ਸਾਡੇ ਹੱਥ ਇੱਕ ਐਸੀ ਪਾਵਰ ਆ ਜਾਏਗੀ ਕਿ ਅਸੀਂ ਆਪਣੀ ਡੈਸਟੀਨੀ ਨੂੰ ਬਲੇਮ ਕਰਨਾ ਛੱਡ ਦਿਆਂਗੇ, ਆਪਣੇ ਫੇਟ ਨੂੰ ਬਲੇਮ ਕਰਨਾ ਛੱਡ ਦਿਆਂਗੇ। ਕਦੀ ਅਸੀਂ ਆਪਣੇ ਫੇਟ ਨੂੰ, ਡੈਸਟੀਨੀ ਨੂੰ ਕ੍ਰੈਡਿਟ ਦਿੰਦੇ ਹਾਂ ਔਰ ਬਹੁਤ ਸਾਰੇ ਮੌਕਿਆਂ ਤੇ ਇਹਨੂੰ ਬਾਰ-ਬਾਰ ਡੈਬਿਟ ਕਰਦੇ ਰਹਿੰਦੇ ਹਾਂ। ਐਟ ਦੀ ਐਂਡ ਆਫ ਦੀ ਡੇ ਇਸ ਫੇਟ ਦਾ, ਇਸ ਡੈਸਟੀਨੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੋ ਕੁਝ ਵੀ ਅਸੀਂ ਜਨਰੇਟ ਕਰਦੇ ਹਾਂ ਉਹਦੀ ਹੀ ਕ੍ਰੀਏਸ਼ਨ ਸਾਡੇ ਪਾਸਟ ਵਿੱਚ ਹੁੰਦੀ ਹੈ ਔਰ ਉਹਦੀ ਹੀ ਪ੍ਰੈਜੈਂਟੇਸ਼ਨ ਸਾਡੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੁੰਦੀ ਹੈ। ਸੋ ਜਨਰੇਸ਼ਨ, ਪ੍ਰੈਜੈਂਟੇਸ਼ਨ ਐਂਡ ਕ੍ਰੀਏਸ਼ਨ ਆਫ ਮੈਮਰੀਜ਼ ਆਲ ਇਨ ਆਵਰ हैंड्स। बहुत ही एक ऐसे ही मैं शब्दावली वरत रहा तुहानूं समझाउण लई, और टॉपिक भी ऐसा है कि जो मैं हुण तुहानूं कह के हटिया कि डैसटनी और फेट नूं ब्लेम करना छड्डीए, इनू डैबिट और क्रैडिट देना छड्डीए और इनू जनरेट करना सीखिए, इनू प्रेजेंट करना सीखिए अपने ही अगे, और इहदी क्रिएशन अपनी मैमरीज नूं लैके स्वीट बनाना सीखिए। जो भी सज्जन मित्र मेरे सैशन नूं सुन रहे ने, तुसीं सोच के वेखो अपनी लाइफ दे विच की कुछ होया। बहुत अच्छा भी होया हुंदा तो ते आपोजिट भी होया हुंदा, और साडी लाइफ दी एनर्जीज बहुत अच्छियां भी रहिंदियां, मीडियम भी हो जांदियां, आपां बोर्डम भी फील करते हैं, नैगेटिविटी ते भी उतरे आने हैं, डिप्रैशन च भी चले जाने हैं, फिर आपां इन्हां चीज़ां तो उभर के बाहर निकलते हैं, फिर नवीं एवोल्यूशन हुंदी है। ये सारा कुछ बड़ा वेरीएबल चल रहा, और अगर ये सारी चीज़ां नूं आपां समझ के चलीए, इनू मेनटेन करके चलीए और मन के चलीए कि सारिया चीज़ां साडे हाथ है, आपां अपनी एनर्जीज दी वैलनेस नूं अपने आप अपनियां ही हरकतां दे नाल, हैबिट्स दे नाल मेनटेन कर सकते हैं। तो सोच के देखो दोस्तों, साडी लाइफ दे विच किन्ने अच्छे बदलाव आ सकते हैं, और अगर आपां इन्हां नूं मनन लग गए, इस साइंटिफिक वे नूं अडैप्ट कर लिया, इस साइंस नूं समझ लिया, तो वो जो चेंजिज आप चाहते हैं वो समझ लो आ गई हैं। न्यूरोप्लास्टिसिटी, न्यूरो आवर ब्रेन, प्लास्टिसिटी मीन्स आवर कैपेबिलिटी टू चेंज, टू अवेकन, टू रीफॉर्म आवर सेल्फ, टू इवॉल्व आवर सेल्फ for the new creation, for making a new me, or you can say for making a new you। बहुत अच्छा दोस्तों,
बड़ा अच्छा लग रहा है शब्दावली ਨੂੰ ਸੁਣ ਕੇ, पर बिलीव करना, इस चीज़ ਨੂੰ ਡੂੰਘਾਈ ਨਾਲ ਸਮਝਣਾ, ਲੋੜ ਪਵੇ ਤਾਂ ਸੈਸ਼ਨ ਨੂੰ ਰਿਪੀਟ ਵੀ ਕਰਨਾ। ਇੱਕ ਐਸਾ ਡਾਇਨਾਮਿਕ ਪ੍ਰੋਸੈਸ, ਇੱਕ ਐਸਾ ਟੂਲ ਮੈਂ ਤੁਹਾਡੇ ਹੱਥ 'ਚ ਦੇਣ ਜਾ ਰਿਹਾ ਜਿਹਦੇ ਉੱਪਰ ਕਿ ਮੈਂ ਵੀ ਕਾਫੀ ਅੱਛੀਆਂ ਪ੍ਰੈਕਟਿਸਿਸ ਕਰ ਲਈਆਂ ਨੇ ਔਰ ਕੋਸ਼ਿਸ਼ ਜਾਰੀ ਹੈ ਕਿ ਇਹ ਪ੍ਰੈਕਟਿਸਿਸ ਨੂੰ ਲੈ ਕੇ ਅੱਗੇ ਪਰਫੈਕਸ਼ਨ ਦੀ ਜੋ ਇੱਕ ਰੋਡ ਮੈਪ ਮੈਂ ਬਣਾਇਆ ਹੋਇਆ ਆਪਣੇ ਲਈ, ਉਹਦੇ ਤੇ ਤੁਹਾਡੇ ਨਾਲ ਸਕਸੈਸ ਮੈਨੂੰ ਵੀ ਮਿਲਦੀ ਜਾਏਗੀ ਔਰ ਇਹ ਕਾਫਿਲਾ ਇਦਾਂ ਹੀ ਅੱਗੇ ਵੱਧਦਾ ਜਾਏਗਾ। ਜਿਹੜੀ ਦੋਸਤੋ ਇਹ ਨਿਊਰੋਪਲਾਸਟਿਸਿਟੀ ਹੈ, ਇਹ 3 ਤਰ੍ਹਾਂ ਦੇ ਨਾਲ ਸਾਡੇ ਅੰਦਰ ਚੱਲਦੀ ਹੈ। ਨੰਬਰ 1 ਕੈਮੀਕਲ ਨਿਊਰੋਪਲਾਸਟਿਸਿਟੀ, ਨੰਬਰ 2 स्ट्रक्चरल न्यूरोप्लास्टिसिटी, नंबर 3 फंक्शनल न्यूरोप्लास्टिसिटी। ये तीनों ही बड़ियां सिंपल ने दोस्तों समझनिया। नंबर 1 ਇਹਦੀ शुरुआत ਦੇ ਵਿੱਚ मैं ਤੁਹਾਨੂੰ ਦੱਸਣਾ ਚਾਹਨਾ कि जो ये कैमिकल न्यूरोप्लास्टिसिटी एक टर्म है, ਇਹਦਾ मतलब है कि ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਪਹਿਲੀ ਵਾਰੀ ਕਰਦੇ ਹਾਂ ਔਰ ਉਹਨੂੰ ਉੱਥੇ ਛੱਡ ਦਿੰਦੇ ਹਾਂ, ਉਹਨੂੰ ਦੁਬਾਰਾ ਰਿਪੀਟ ਨਹੀਂ ਕਰਦੇ। ਜਿੱਦਾਂ ਆਪਾਂ ਕੋਈ ਵੀ ਇੱਕ ਸਰਕਟ ਚਲਾਇਆ, ਇੱਕ ਵਾਰੀ ਔਨ ਕੀਤਾ, ਦੁਬਾਰਾ ਨਹੀਂ ਔਨ ਕੀਤਾ। ਮਤਲਬ ਕਹਿੰਦਾ ਹੈ ਕਿ ਆਪਾਂ ਕਈ ਵਾਰੀ ਜ਼ਿੰਦਗੀ 'ਚ ਐਸੀਆਂ ਕੋਈ ਹੈਬਿਟਸ ਆਪਾਂ ਅਡਾਪਟ ਨਹੀਂ ਕਰ ਪਾਉਂਦੇ ਪਰਮਾਨੈਂਟਲੀ, ਪਰ ਉਹ ਆਪਾਂ ਇੱਕ ਐਕਸ਼ਨਸ ਜਾਂ ਇੱਕ ਆਪਾਂ ਕਹਿ ਲਓ ਕਿ ਉਹਦੀ ਐਗਜ਼ੀਕਿਊਸ਼ਨ ਕੁਝ ਇਸ ਤਰ੍ਹਾਂ ਦੀ ਸਾਡੀ ਲਾਈਫ 'ਚ ਹੁੰਦੀ ਹੈ ਕਿ ਆਪਾਂ ਜਿੱਦਾਂ ਕੁਝ ਪੜ੍ਹ ਲਿਆ, ਕੁਝ ਲਿਖ ਲਿਆ ਜਾਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਆਈਡੀਓਲੋਜੀ ਬਣਾਈ, ਇੱਕ ਵਾਰੀ ਸੋਚਿਆ ਔਰ ਉਹਨੂੰ ਛੱਡ ਦਿੱਤਾ। ਜਿੱਦਾਂ ਆਪਾਂ ਕਹਿ ਸਕਦੇ ਕਿ ਬੱਚੇ ਕਈ ਵਾਰੀ ਕਈ ਚੀਜ਼ਾਂ ਕੁਝ ਪੜ੍ਹਦੇ ਨੇ ਔਰ ਅਗਲੇ ਦਿਨ ਭੁੱਲ ਜਾਂਦੇ ਆ। ਬੱਚੇ ਕੀ ਆਪਾਂ ਵੀ ਭੁੱਲ ਸਕਦੇ ਹਾਂ, ਭੁੱਲ ਜਾਂਦੇ ਹਾਂ। ਕਹਿਣ ਦਾ ਮਤਲਬ ਦੋਸਤੋ, ਜਿਹੜੀਆਂ ਵੀ ਕੁਝ ਨਵੀਆਂ ਹੈਬਿਟਸ ਨੂੰ ਆਪਾਂ ਪਰਮਾਨੈਂਟ ਨਹੀਂ ਕੀਤਾ, ਮਤਲਬ ਸਟਾਰਟ ਕੀਤਾ, ਕੋਈ ਨਵਾਂ ਕੰਮ ਕਹਿ ਲਓ, ਕੋਈ ਨਵੀਂ ਹੌਬੀ ਕਹਿ ਲਓ, ਹੈਬਿਟ ਕਹਿ ਲਓ, ਮਤਲਬ ਆਪਾਂ ਸਟਾਰਟ ਕੀਤਾ ਉਹਨੂੰ ਕਰਨਾ ਔਰ ਉਹਨੂੰ ਕੰਟੀਨਿਊ ਉਹਦੀ ਰੈਪੀਟੇਸ਼ਨ ਨਹੀਂ ਕੀਤੀ, ਉਹਦੀ ਕੰਟੈਂਪਲੇਸ਼ਨ ਨਹੀਂ ਕੀਤੀ, ਦੈਟ ਇਜ਼ ਅ ਟਾਈਪ ਆਫ ਕੈਮੀਕਲ ਨਿਊਰੋਪਲਾਸਟਿਸਿਟੀ। ਇਹਨੂੰ ਸੈਕਿੰਡ ਸਟੇਜ ਤੇ ਜਾਣ ਲਈ ਫਸਟ ਸਟੇਜ ਦਾ ਹੋਣਾ ਜ਼ਰੂਰੀ ਹੈ, ਪਰ ਫਸਟ ਸਟੇਜ ਦੇ ਵਿੱਚ ਅਗਰ ਇਹਨੂੰ ਆਪਾਂ ਛੱਡ ਦਈਏ ਤਾਂ ਉਹ ਹੈਬਿਟ ਪੱਕੀ ਨਹੀਂ ਹੁੰਦੀ, ਆਪਾਂ ਉਹਨੂੰ ਉੱਥੇ ਹੀ ਛੱਡ ਦਿੰਦੇ ਹਾਂ। ਜਿਸ ਤਰ੍ਹਾਂ ਹੁਣ ਮੇਰਾ ਇਹ ਸੈਸ਼ਨ ਤੁਸੀਂ ਦੇਖੋ, ਕਈ ਚੀਜ਼ਾਂ ਸੁਣ ਲਈਆਂ, ਬਹੁਤ ਅੱਛੀਆਂ ਲੱਗੀਆਂ, ਹੋਰ ਵੀ ਕਈ ਮੇਰੇ ਸੈਸ਼ਨਸ ਨੂੰ ਦੇਖਿਆ, ਪਰ ਉਹ ਮੌਕੇ ਤੇ ਖੁਸ਼ ਹੋਏ, ਉਹ ਸੈਸ਼ਨਸ ਨੂੰ ਰਿਪੀਟ ਵੀ ਨਹੀਂ ਕੀਤਾ ਔਰ ਜਿਹੜੀਆਂ ਗੱਲਾਂ ਆਪਾਂ ਮੌਕੇ ਤੇ ਸੁਣ ਕੇ ਖੁਸ਼ ਹੋਏ ਸੀ ਉਹਨਾਂ ਨੂੰ ਅਡੈਪਟ ਨਹੀਂ ਕੀਤਾ, ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਐਗਜ਼ੀਕਿਊਟ ਨਹੀਂ ਕੀਤਾ, ਤਾਂ ਮਤਲਬ ਅਸੀਂ ਕੈਮੀਕਲ ਨਿਊਰੋਪਲਾਸਟਿਸਿਟੀ ਦੇ ਚੇਂਜ ਦੇ ਵਿੱਚ ਹੀ ਉਹਨੂੰ ਸਮਝਿਆ, ਕਰਨ ਦੀ ਕੋਸ਼ਿਸ਼ ਥੋੜੀ ਬਹੁਤ ਕੀਤੀ, ਪਰ ਜਾਂ ਭੁੱਲ ਗਏ ਜਾਂ ਇੰਟੈਂਸ਼ਨਲੀ ਜਾਂ ਅਨਇੰਟੈਂਸ਼ਨਲੀ ਉਹਨੂੰ ਉੱਥੇ ਹੀ ਛੱਡਤਾ। ਸੋ ਦਿਸ ਇਜ਼ ਦਾ ਫਸਟ ਸਟੇਜ। ਸੈਕੰਡ ਇਜ਼ ਸਟਰਕਚਰਲ ਨਿਊਰੋਪਲਾਸਟਿਸਿਟੀ, ਮਤਲਬ ਜੋ ਸਾਡਾ ਸਟਰਕਚਰ ਬਣਦਾ ਸਾਡੀ ਹੈਬਿਟਸ ਨੂੰ ਲੈ ਕੇ, ਸਾਡੀ ਸੋਚਣ ਸ਼ਕਤੀ ਨੂੰ ਲੈ ਕੇ, ਲਾਈਫ ਦੇ ਕੋਈ ਵੀ ਐਸਪੈਕਟ, ਡੋਮੈਸਟਿਕ ਹੋਵੇ ਕਮਰਸ਼ੀਅਲ ਹੋਵੇ, ਉਹਨੂੰ ਜਦ ਤੱਕ ਆਪਾਂ ਸਟਰਕਚਰਲ ਫਾਰਮ ਨਹੀਂ ਦਿੰਦੇ ਤਾਂ ਉਹਦੀ ਐਗਜ਼ੀਕਿਊਸ਼ਨ ਆਟੋ ਮੋਡ ਦੇ ਵਿੱਚ ਕਹਿ ਲਓ, ਸਾਡੇ ਸਬਕੌਂਸ਼ੀਅਸ ਮਾਈਂਡ ਦੇ ਥਰੂ ਉਹਦੀ ਐਗਜ਼ੀਕਿਊਸ਼ਨ ਨਹੀਂ ਹੋ ਪਾਉਂਦੀ। ਪਹਿਲੀ ਸਟੇਜ ਮਤਲਬ ਕੌਂਸ਼ੀਅਸਲੀ ਸੋਚਿਆ ਜ਼ਰੂਰ, ਪਰ ਉਹਨੂੰ ਰਿਪੀਟ ਨਹੀਂ ਕੀਤਾ, ਮਤਲਬ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ, ਅਵਚੇਤਨ ਮਨ ਦੇ ਵਿੱਚ ਉਹ ਫੀਡਿੰਗ ਨਹੀਂ ਹੋਈ। ਔਰ ਕੋਈ ਵੀ ਚੀਜ਼ ਜਦ ਤੱਕ ਸਾਡੇ ਅਵਚੇਤਨ ਮਨ ਦੇ ਵਿੱਚ, ਸਬਕੌਂਸ਼ੀਅਸ ਮਾਈਂਡ ਦੇ ਵਿੱਚ ਪ੍ਰੋਪਰਲੀ ਫੀਡ ਨਹੀਂ ਹੁੰਦੀ ਤਾਂ ਉਹਦੀ ਆਟੋਮੇਸ਼ਨ ਪੋਸੀਬਲ ਨਹੀਂ ਹੈ, ਉਹਦੀ ਆਟੋਮੈਟਿਕ ਐਗਜ਼ੀਕਿਊਸ਼ਨ ਪੋਸੀਬਲ ਨਹੀਂ ਹੈ। ਸੋ ਫਸਟ ਸਟੇਜ ਜੋ ਹੈ, ਕੌਂਸ਼ੀਅਸਲੀ ਆਪਾਂ ਕੈਮੀਕਲ ਨਿਊਰੋਪਲਾਸਟਿਸਿਟੀ, ਮਤਲਬ ਸਾਡੀ ਬਾਡੀ ਇੱਕ ਕੈਮੀਕਲ ਆਰਗੇਨਾਈਜੇਸ਼ਨ ਹੈ, ਉਹਦੇ 'ਚ ਡਿਫਰੈਂਟ ਕੈਮੀਕਲਸ ਹੈ। ਆਪਾਂ ਮਨ ਦੀ ਸੋਚਣ ਸ਼ਕਤੀ ਨੂੰ ਲੈ ਕੇ ਬ੍ਰੇਨ ਨੂੰ ਕੋਈ ਆਰਡਰ ਦਿੱਤਾ, ਉਹ ਕੈਮੀਕਲ ਫਾਰਮੇਸ਼ਨਸ ਅੰਦਰ ਹੁੰਦੀਆਂ, ਕੈਮੀਕਲ ਚੇਂਜਸ ਆਉਂਦੀਆਂ
ਔਰ ਉਹਨੂੰ ਨਹੀਂ ਰਿਪੀਟ ਕਰਦੇ ਤਾਂ ਉਹ ਸੈਕੰਡ ਸਟੇਜ ਤੇ ਨਹੀਂ ਪਹੁੰਚਦੀਆਂ, ਮਤਲਬ ਸਬਕੌਂਸ਼ੀਅਸ ਦੇ ਵਿੱਚ ਫੀਡ ਨਹੀਂ ਹੁੰਦੀਆਂ। ਹੁਣ ਸਟਰਕਚਰਲ ਲੈਵਲ ਤੇ ਕਿਸੇ ਵੀ ਹੈਬਿਟ ਨੂੰ ਬਣਾਉਣ ਲਈ, ਲਾਈਫ ਦੇ ਕਿਸੇ ਵੀ ਐਸਪੈਕਟ ਨੂੰ ਲੈ ਕੇ ਫਸਟ ਸਟੇਜ ਤੋਂ ਉਹਨੂੰ ਆਪਾਂ ਨੂੰ ਰਿਪੀਟ ਕਰਨਾ ਪਏਗਾ ਤਾਂ ਉਹ ਸੈਕੰਡ ਤੇ ਪਹੁੰਚ ਜਾਏਗੀ। ਹੁਣ ਜੇ ਤੁਸੀਂ ਇਹਨੂੰ ਸਟਰਕਚਰਲ ਨਿਊਰੋਪਲਾਸਟਿਸਿਟੀ ਨੂੰ ਸਮਝ ਲਿਆ ਤਾਂ ਸਮਝ ਲਓ ਸਾਡੀ ਲਾਈਫ ਦੇ ਵਿੱਚ ਆਪਾਂ ਮੋਰ ਦੈਨ 95% ਪ੍ਰੋਬਲਮਸ ਨੂੰ ਰਿਜ਼ੋਲਵ ਕਰ ਲਿਆ, ਖਤਮ ਕਰ ਲਿਆ। ਐਸੀ ਰੈਜ਼ੋਲੂਸ਼ਨ ਹੋ ਗਈ ਕਿ ਉਹਦਾ ਸੋਲੂਸ਼ਨ ਅਸੀਂ ਆਪਣੇ ਆਪ ਹੀ ਆਪਣੇ ਅੱਗੇ ਪੇਸ਼ ਕਰ ਲਿਆ। ਦੋਸਤੋ, ਸਟਰਕਚਰਲ ਫਾਰਮ ਮੈਂਡੇਟਰੀਲੀ ਇੱਕ ਐਸੀ ਫਾਰਮੇਸ਼ਨ ਹੁੰਦੀ ਹੈ ਸਾਡੇ ਅੰਦਰ, ਸਾਡੀਆਂ ਹੈਬਿਟਸ ਨੂੰ ਲੈ ਕੇ, ਸਾਡੀ ਸੋਚਣ ਸ਼ਕਤੀ ਨੂੰ ਲੈ ਕੇ, ਜਿੱਥੇ ਕਿ ਸਾਡੇ ਨਿਊਰੋਨਸ ਦਾ ਪੈਟਰਨ ਬਣ ਜਾਂਦਾ, ਪੈਟਰਨ ਡਿਸਾਈਡ ਹੋ ਜਾਂਦਾ। ਔਰ ਸਾਇੰਸ ਦੇ ਵਿੱਚ 1980 ਦੇ ਵਿੱਚ ਅੰਡਰ ਦੀ ਹੈਡ ਆਫ ਸਾਈਕੋ ਨਿਊਰੋ ਇਮਿਊਨੋਲੋਜੀ ਸਾਇੰਟਿਸਟ ਨੇ ਡਿਕਲੇਅਰ ਕੀਤਾ ਕਿ ਜੋ ਕੁਝ ਵੀ ਸਾਡੀ ਲਾਈਫ ਦੇ ਵਿੱਚ ਹੋ ਰਿਹਾ, ਸਾਡੀ ਹੈਲਥ ਨੂੰ ਲੈ ਕੇ, ਵੈਲਥ ਨੂੰ ਲੈ ਕੇ, ਕੁਝ ਵੀ ਜੋ ਹੋ ਰਿਹਾ, ਉਹ ਸਾਰਾ ਕੁਝ ਸਾਡੀ ਸਾਈਕੋਲੋਜੀਕਲ ਸੈਂਸ ਹੀ ਮੇਨਟੇਨ ਕਰ ਰਹੀ ਹੈ। ਸਾਈਕੋ ਨਿਊਰੋ ਇਮਿਊਨੋਲੋਜੀ ਇਹੀ ਡਿਪਿਕਟ ਕਰਦੀ ਹੈ ਕਿ ਵਟ ਐਵਰ ਹੈਪਨਸ ਇਨ ਅਵਰ ਲਾਈਫ, ਇਟ ਹੈਪਨਸ ਐਜ਼ ਪਰ ਆਵਰ ਓਨ desires or as per our own patterns which we have set for ourselves. health ਲੈ ਲਓ, wealth ਲੈ ਲਓ, ਕੁਝ ਵੀ। ਹੁਣ ਸਟਰਕਚਰਲ ਲੈਵਲ ਤੇ ਜੋ ਨਿਊਰੋਪਲਾਸਟਿਸਿਟੀ ਹੈ, ਉਹਦੇ ਵਿੱਚ ਆਪਾਂ ਕੋਈ ਵੀ ਹੈਬਿਟ, ਉਹ ਚੰਗੀ ਹੈ ਮੰਦੀ ਹੈ, ਸਾਡੇ ਸਬਕੌਂਸ਼ੀਅਸ ਨੂੰ, ਅਵਚੇਤਨ ਮਨ ਨੂੰ ਨਹੀਂ ਪਤਾ, ਉਹ ਸਾਡੇ ਕੌਂਸ਼ੀਅਸ ਮਾਈਂਡ ਨੂੰ ਪਤਾ। ਔਰ ਜਦੋਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਫੀਡ ਹੋ ਜਾਂਦੀ ਹੈ, ਉਹਦੀ ਐਗਜ਼ੀਕਿਊਸ਼ਨ ਸਾਡੇ ਬ੍ਰੇਨ ਦੇ ਵਿੱਚੋਂ ਫਿਰ ਆਟੋਮੈਟਿਕ ਲੈਵਲ ਤੇ ਹੁੰਦੀ ਹੈ। ਉਹ ਚੰਗੀ ਹੈ ਮਾੜੀ ਹੈ, ਉਹਦੀ ਐਜੂਕੇਸ਼ਨ ਜਦੋਂ ਸਾਡੇ ਅੰਦਰ ਪੈਟਰਨ ਉਹ ਬਣ ਗਏ ਨਿਊਰੋਨਸ ਦੇ, ਉਸ ਹੈਬਿਟ ਦੇ ਵਿੱਚ ਫਿਰ ਸਾਡਾ ਕਹਿ ਲਓ ਸਾਡਾ ਐਪਟੀਟਿਊਡ ਬਣ ਗਿਆ। ਔਰ ਸਾਡਾ ਐਪਟੀਟਿਊਡ ਹੀ ਜਦੋਂ ਦੁਬਾਰਾ ਰਿਪੀਟ ਕਰਦੇ ਹਾਂ ਅਸੀਂ, ਉਹ ਸਾਡਾ ਐਟੀਟਿਊਡ ਬਣ ਜਾਂਦਾ। ਕੋਈ ਹੈਬਿਟ ਨੂੰ ਲੈ ਕੇ ਉਹ ਚੰਗੀ ਹੈ ਮਾੜੀ ਹੈ, that is not into consideration in consideration to our topic today as neuroplasticity. but ਉਹ ਹੈਬਿਟ ਸਾਡੇ ਨਿਊਰੋਲੋਜੀਕਲ ਪੈਟਰਨਸ ਹੀ ਡਿਸਾਈਡ ਕਰਦੇ ਨੇ। ਇਸੇ ਸਾਇੰਸ ਵਿੱਚ ਕਿਹਾ ਜਾਂਦਾ, ਨਿਊਰੋਨਸ ਵਿਚ ਆਰ ਫਾਇਰਡ ਟੂਗੈਦਰ ਦੇ ਆਰ ਵਾਇਰਡ ਟੂਗੈਦਰ। ਸੈਕੰਡ ਸਟੇਜ ਦੇ ਵਿੱਚ ਜੋ ਅਸੀਂ ਬਾਰ-ਬਾਰ ਕੋਈ ਵੀ ਚੀਜ਼ ਨੂੰ ਫਾਇਰ ਕੀਤਾ, ਮਤਲਬ ਕੋਈ ਵੀ ਚੀਜ਼ ਨੂੰ ਅਡੈਪਟ ਕੀਤਾ, ਇੱਕ ਨਵਾਂ ਮੋਬਾਈਲ ਫੋਨ ਲਿਆ ਜਾਂ ਇੱਕ ਨਵੀਂ ਗੱਡੀ ਸਿੱਖਣੀ ਹੈ, ਆਪਾਂ ਮੋਬਾਈਲ ਫੋਨ ਦੇ ਵਿੱਚ ਵੀ ਪਹਿਲੇ ਦਿਨ ਕੋਈ ਵੀ ਨਵਾਂ ਫੋਨ ਖਰੀਦਦੇ ਹਾਂ, ਪਰਚੇਜ਼ ਕੀਤਾ, ਬੜਾ ਕੰਪਲੈਕਸ ਫੀਲ ਕਰਦੇ ਹਾਂ ਵੀ ਕਈ ਚੀਜ਼ਾਂ ਨਹੀਂ ਪਤਾ, ਪਰ ਬਾਰ-ਬਾਰ ਦਿਨ ਪ੍ਰਤੀ ਦਿਨ ਉਹਦੇ ਮੈਨੂਅਲ ਨੂੰ ਪੜ੍ਹ ਕੇ, ਨੈਟ ਤੋਂ ਸਟੱਡੀ ਕਰਕੇ, ਪੁੱਛ ਕੇ, ਆਪਣਾ ਦਿਮਾਗ ਲਗਾਉਂਦੇ ਹੋਏ ਨੰਬਰ ਆਫ ਆਵਰਸ ਆਪਾਂ ਕੰਟੀਨਿਊਸ ਉੱਤੇ ਸਪੈਂਡ ਕਰਦੇ ਹਾਂ ਤੇ ਉਹਦੀ ਮਾਸਟਰੀ ਪਾ ਲੈਂਦੇ ਹਾਂ। ਮਤਲਬ ਅਸੀਂ ਡੇਲੀ ਉਹਦੇ ਤੇ ਸਾਡੇ ਅੰਦਰ ਸਾਡੇ ਨਿਊਰੋਲੋਜੀਕਲ ਪੈਟਰਨਸ ਸੈੱਟ ਹੁੰਦੇ ਨੇ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਨਿਊਰੋਨਸ ਵਿਚ ਆਰ ਫਾਇਰਡ ਟੂਗੈਦਰ ਦੇ ਆਰ ਵਾਇਰਡ ਟੂਗੈਦਰ। ਇਹ ਜਿਹੜੇ ਨਿਊਰੋਨਸ ਹੈਗੇ ਨੇ, ਸਾਡੀਆਂ ਹੈਬਿਟਸ ਜਿੱਦਾਂ ਬਣਦੀਆਂ, ਮਤਲਬ ਬਾਰ-ਬਾਰ ਅਸੀਂ ਕੋਈ ਵੀ ਚੀਜ਼ ਨੂੰ ਸਿੱਖਦੇ, ਮਤਲਬ ਫਾਇਰਡ ਟੂਗੈਦਰ। ਔਰ ਉਹਦਾ ਫਿਰ ਸਾਡੇ ਅੰਦਰ ਇੱਕ ਵਾਇਰਿੰਗ ਬਣਦੀ ਹੈ, ਜਿਹਨੂੰ ਸਾਇੰਟੀਫਿਕ ਟਰਮ ਦੇ ਵਿੱਚ ਸਿਨੈਪਸਿਸ ਕਹਿੰਦੇ ਆ। ਸਾਇਨੈਪਸਿਸ ਮਤਲਬ ਜਿਸ ਤਰ੍ਹਾਂ ਸਾਡਾ ਇੱਕ ਨਿਊਰੋਨ ਹੈ, ਹੁਣ 80 to 100 ਬਿਲੀਅਨ ਨਿਊਰੋਨਸ ਹੈ ਸਾਡੇ ਅੰਦਰ। ਸਾਡਾ ਇੱਕ ਨਿਊਰੋਨ 10,000 ਨਿਊਰੋਨਸ ਨਾਲ ਜੁੜਿਆ ਹੋਇਆ, ਔਰ ਉਹਦੀ ਇਹੀ ਇੱਕ ਰਿਲੇਸ਼ਨਸ਼ਿਪ ਨੂੰ ਸਿਨੈਪਸਿਸ ਕਿਹਾ ਜਾਂਦਾ ਹੈ। ਔਰ ਇਹ ਬੜਾ ਹੀ ਇੱਕ ਡਾਇਨਾਮਿਕ ਪ੍ਰੋਸੈਸ ਹੈ ਸਾਡੀ ਬਾਡੀ ਦੇ ਅੰਦਰ।
ਸਾਡੇ ਬੋਡੀ ਦੇ ਸਾਰੇ ਪੈਟਰਨਸ ਇਦਾਂ ਹੀ ਬਣੇ ਹੋਏ ਨੇ, ਸਾਡੇ ਹੈਲਥ ਫੈਕਟਰਸ ਵੀ ਇਦਾਂ ਹੀ ਨੇ। ਜੋ ਕੁਝ ਵੀ ਅਸੀਂ ਕਰਦੇ ਹਾਂ, ਸਾਡੀ ਸੋਚਣ ਸ਼ਕਤੀ ਸਾਡੇ ਉਹ ਨਿਊਰੋਲੋਜੀਕਲ ਪੈਟਰਨਸ ਨੂੰ ਲੈ ਕੇ ਸਾਡੀ ਬੋਡੀ ਤੇ ਐਕਟ ਕਰਦੇ ਨੇ, ਔਰ ਉਹਦਾ ਹੀ ਨੈਗੇਟਿਵ ਰਿਸਪੌਂਸ ਆਉਂਦਾ ਔਰ ਉਹਦਾ ਹੀ ਪੋਜ਼ਿਟਿਵ ਰਿਸਪੌਂਸ ਆਉਂਦਾ। ਚਲੋ ਅੱਗੇ ਵਧਦੇ ਹੋਏ ਥਰਡ ਸਟੇਜ ਤੇ ਆਉਂਦੇ ਆ, ਦੈਟ ਇਜ਼ ਫੰਕਸ਼ਨਲ ਨਿਊਰੋਪਲਾਸਟਿਸਿਟੀ। ਦੋਸਤੋ, ਇਹ ਜਿਹੜੀ ਫੰਕਸ਼ਨਲ ਨਿਊਰੋਪਲਾਸਟਿਸਿਟੀ ਹੈ, ਇਹ ਬੜੀ ਆਪਣੇ ਆਪ 'ਚ ਇੱਕ ਐਸੀ ਸਟੇਜ ਹੈ ਜਿਸ ਦੇ ਵਿੱਚ ਕਿ ਅਸੀਂ ਆਪਣੀ ਕੋਈ ਵੀ ਹੈਬਿਟ ਸੈਕੰਡ ਸਟੇਜ ਦੇ ਵਿੱਚ ਜੋ ਸਾਡੇ ਅੰਦਰ ਸਟਰਕਚਰ ਬਣਾ ਚੁੱਕੀ ਹੈ, ਉਹਨੂੰ ਕਰੈਕ ਕਰਨਾ ਹੋਵੇ, ਉਹਨੂੰ ਚੇਂਜ ਕਰਨਾ ਹੋਵੇ, ਉਸ ਹੈਬਿਟ ਨੂੰ ਉੱਥੇ ਛੱਡ ਦੇਣਾ ਹੋਵੇ, ਇਹ ਥਰਡ ਸਟੇਜ ਸਾਡੀ ਹੈਲਪ ਕਰਦੀ ਹੈ। ਮਤਲਬ ਕੋਈ ਇੱਕ ਰਸਤੇ ਤੇ ਆਪਾਂ ਜਾ ਰਹੇ ਹਾਂ, ਆਪਾਂ ਸੋਚਣਾ ਕਿ ਹੁਣ ਇਧਰੋਂ ਨਹੀਂ ਜਾਣਾ, ਮਤਲਬ ਆਪਾਂ ਇਹ ਸਿਟੀ ਦੇ ਵਿੱਚੋਂ ਨਹੀਂ ਜਾਣਾ ਤੇ ਆਪਾਂ ਕੋਈ ਬਾਈਪਾਸ ਤੋਂ ਲੰਘ ਕੇ ਚਲੇ ਜਾਣਾ, ਲਾਈਕ ਦਿਸ। ਹੁਣ ਜਿਹੜੀ ਉਹ ਹੈਬਿਟ ਸਟਰਕਚਰਲ ਫਾਰਮ ਤੇ ਸੈਕੰਡ ਸਟੇਜ ਤੇ ਬੈਠੀ, ਅਸੀਂ ਉਹਨੂੰ ਚੇਂਜ ਕਰਨਾ, ਮਤਲਬ ਉਹਦਾ ਬਾਈਪਾਸ ਸਰਕਟ ਬਣਾਉਣਾ। ਉੱਥੇ ਆ ਕੇ ਥਰਡ ਸਟੈਪ ਬਹੁਤ ਹੀ ਇੰਪੋਰਟੈਂਸ ਰੱਖਦਾ। ਮਤਲਬ ਆਪਾਂ ਉਸ ਹੈਬਿਟ ਨੂੰ ਨਹੀਂ ਰਿਪੀਟ ਕਰਨਾ, ਉਹਨੂੰ ਐਗਜ਼ੀਕਿਊਟ ਨਹੀਂ ਕਰਨਾ, ਔਰ ਕੋਈ ਨਵੀਂ ਹੈਬਿਟ ਪਾਣੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਡੀਆਂ ਮੈਨੂਅਲ ਸਟੀਅਰਿੰਗ ਹੁੰਦੀਆਂ ਸੀ, ਹੁਣ ਪਾਵਰ ਸਟੀਅਰਿੰਗ ਆ ਗਈ ਹੈ। ਬੜੇ ਸਾਲ ਹੋ ਗਏ ਚਲਾਉਂਦੇ, ਕਿਤੇ ਮੈਨੂਅਲ ਸਟੀਅਰਿੰਗ ਚਲਾਉਣਾ ਪਵੇ ਤਾਂ ਬੜਾ ਹੈਵੀ ਲੱਗਦਾ, ਬਲਕਿ ਇੰਪੋਸੀਬਲ ਲੱਗਦਾ, ਉਹਨੂੰ ਚਲਾ ਹੀ ਨਹੀਂ ਪਾਉਂਦੇ। ਸੋ ਲਾਈਕ ਦਿਸ। ਔਰ ਉਹਨੂੰ ਅਗਰ ਫਿਰ ਤੋਂ ਆਪਾਂ ਨੂੰ ਕੁਛ ਚਲਾਉਣਾ ਪਵੇ ਤਾਂ ਸਾਨੂੰ ਦੁਬਾਰਾ ਤੋਂ ਹੈਬਿਟ ਬਣਾਉਣੀ ਪਏਗੀ। ਸੋ ਦਿਸ ਇਜ਼ I have tried my levels of best by giving this example that what is this third stage of functional neuroplasticity. This is also very important. और functional ਤੋਂ ਬਾਅਦ ਫਿਰ ਆਪਾਂ ਉਹੀ ਕਹਿ ਸਕਦੇ ਹਾਂ neuroplasticity ਕਿ ਆਪਾਂ ਆਪਣੇ ਬ੍ਰੇਨ ਦੀ ਰਿਫਾਰਮੇਸ਼ਨ ਕਰਨੀ ਹੈ, ਚੇਂਜਸ ਲੈ ਕੇ ਆਣੀ ਹੈ, ਔਰ ਇਹੀ ਚੇਂਜਸ ਫੰਕਸ਼ਨਲ ਦਾ ਸਟੈਪ ਤੋਂ ਬਾਅਦ ਫਿਰ ਜਦੋਂ ਆਪਾਂ ਬਾਈਪਾਸ ਸਰਕਟ ਬਣਾਇਆ, ਉਹਦੇ ਵਿੱਚ ਫਿਰ ਫਸਟ ਸਟੇਜ ਨਾਲ ਆਪਾਂ ਕਾਇਮ ਕਰ ਲਈ ਕੈਮੀਕਲ ਨਿਊਰੋਪਲਾਸਟਿਸਿਟੀ, ਔਰ ਉਹਨੂੰ ਰਿਪੀਟ ਕਰ ਕਰਕੇ ਫਿਰ ਆਪਾਂ ਸਟਰਕਚਰਲ ਤੇ ਪਹੁੰਚ ਗਏ। ਮਤਲਬ ਉਹ ਜਿਹੜਾ ਬਾਈਪਾਸ ਸਰਕਟ ਬਣਾਇਆ ਸੀ ਉਹ ਸਟਰਕਚਰਲ ਬਣ ਗਿਆ, ਔਰ ਜਿਹੜਾ ਪਹਿਲਾ ਓਲਡ ਸਟਰਕਚਰ ਸੀਗਾ ਉਹਨੂੰ ਅਸੀਂ ਡਿਮੋਲਿਸ਼ ਕਰਤਾ। ਪਰ ਫਿਰ ਵੀ ਦੂਰ ਦੂਰ ਤੱਕ ਯਾਦ ਰੱਖਣਾ ਦੋਸਤੋ, ਕਾਫੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਕਈ ਵਾਰੀ ਅਸੀਂ ਰੀਲੈਪਸ ਕਰਦੇ ਹਾਂ ਉਸੇ ਹੈਬਿਟ ਨੂੰ ਲੈ ਕੇ, ਉਸੇ ਲਾਈਫ ਦੇ ਕਿਸੇ ਵੀ ਆਸਪੈਕਟ ਨੂੰ ਲੈ ਕੇ ਅਸੀਂ ਟੁੱਟ ਜਾਂਦੇ ਹਾਂ ਔਰ ਉਸ ਹੈਬਿਟ ਨੂੰ ਦੁਬਾਰਾ ਕੰਟੀਨਿਊ ਕਰ ਲੈਂਦੇ ਹਾਂ। ਕਹਿਣ ਦਾ ਮਤਲਬ ਹੈ ਕਿ ਉਹਦਾ ਇੰਪ੍ਰੈਸ਼ਨ ਸਾਡੇ ਅੰਦਰੋਂ ਜਾਂਦਾ ਨਹੀਂ। ਉਹ ਇੱਕ ਆਪਾਂ ਉਹ ਰੋਡ ਨੂੰ ਛੱਡ ਦਿੱਤਾ, ਬਾਈਪਾਸ ਰਸਤਾ ਜ਼ਰੂਰ ਅਪਣਾ ਲਿਆ ਔਰ ਉਹਨੂੰ ਸਟਰਕਚਰ ਫਾਰਮ 'ਚ ਜ਼ਰੂਰ ਲੈ ਆਂਦਾ, ਬਟ ਉਹ ਰੋਡ ਸਾਡੇ ਅੰਦਰ ਫਿਰ ਵੀ ਜ਼ਿਹਨ ਦੇ ਵਿੱਚ ਕਿਤੇ ਉਹਦਾ ਰਸਤਾ ਸਾਨੂੰ ਪਤਾ ਹੈ। ਉਸ ਚੀਜ਼ ਤੋਂ ਬਚਣ ਲਈ ਹਮੇਸ਼ਾ ਆਪਣਾ ਫੋਕਸ ਜੋ ਆਪਾਂ ਚੇਂਜ ਕਰ ਚੁੱਕੇ ਹਾਂ, ਜੋ ਸਟਰਕਚਰਲ ਫਾਰਮ ਦੇ ਵਿੱਚ ਦੁਬਾਰਾ ਲਿਆ ਚੁੱਕੇ ਹਾਂ, ਉਹਦੇ ਤੇ ਰੱਖਣਾ। ਔਰ ਕਦੀ ਅਗਰ ਫੋਕਸ ਚੇਂਜ ਹੋ ਕੇ ਦੂਸਰੇ ਤੇ ਜਾਂਦਾ ਤਾਂ ਯਾਦ ਰੱਖਣਾ ਉਹਨੂੰ ਫਿਰ ਦੁਬਾਰਾ ਤੋਂ ਫਸਟ ਸਟੇਜ ਤੋਂ ਲੰਘਣਾ ਪਏਗਾ। ਫਿਰ ਸਾਡੇ ਕੋਲ ਬੜੀ ਅੱਛੀ ਓਪਰਚੁਨਿਟੀ ਹੈ ਕਿ ਉਹਨੂੰ ਰਿਪੀਟ ਕਰਾਂਗੇ ਤੇ ਲੰਘਾਂਗੇ। ਜੇ ਆਪਾਂ ਉਹਦੀ ਰੈਪੀਟੇਸ਼ਨ, ਉਹਦੀ ਕੰਟੈਂਪਲੇਸ਼ਨ ਨਹੀਂ ਕਰਦੇ ਤਾਂ ਉਹ ਕੰਟੈਂਪਰੇਰੀ ਇਸ਼ੂ ਸਾਡੀ ਲਾਈਫ ਦੇ ਵਿੱਚ ਨਹੀਂ ਬਣੇਗਾ ਔਰ ਉਹ ਟਲ ਜਾਏਗਾ। ਸੋ ਬੜਾ ਡਾਇਨਾਮਿਕ ਹੈ ਸਾਰਾ ਫਾਰਮੂਲਾ। ਔਰ ਜੇ ਸਾਨੂੰ ਦੇਖੋ, ਆਪਾਂ ਕੁਝ ਵੀ ਡੋਮੈਸਟਿਕਲੀ ਕਰਦੇ ਹਾਂ ਜਾਂ ਕਮਰਸ਼ੀਅਲੀ ਕਰਦੇ ਹਾਂ, ਰਿਲੇਸ਼ਨਸ਼ਿਪਸ ਨੂੰ ਲੈ ਕੇ, ਡੋਮੈਸਟਿਕ ਲਾਈਫ ਦੇ ਵਿੱਚ, ਸੋਸ਼ਲ ਲਾਈਫ ਦੇ ਵਿੱਚ ਜਾਂ ਕਮਰਸ਼ੀਅਲ ਲਾਈਫ ਦੇ ਵਿੱਚ ਆਪਣੇ ਕਸਟਮਰਸ ਨੂੰ ਲੈ ਕੇ, ਕੋਈ ਅਗਰ ਆਪਾਂ ਸਰਵਿਸ ਕੋਈ ਸੱਜਣ ਮਿੱਤਰ ਕਰਦੇ ਨੇ, ਜੌਬ ਨੂੰ ਲੈ ਕੇ ਆਪਣੇ ਸੀਨੀਅਰਸ ਨਾਲ ਡੀਲ ਕਰਨਾ, ਜੂਨੀਅਰਸ ਨਾਲ ਡੀਲ ਕਰਨਾ,
ਇੱਕ ਜਿਹੜੀ ਗੁੱਡਵਿਲ ਬਣ ਜਾਂਦੀ ਹੈ ਇੱਕ ਦੂਸਰੇ ਲਈ, ਉਹ ਵੀ ਇੱਕ ਨਿਊਰੋਲੋਜੀਕਲ ਪੈਟਰਨਸ ਹੀ ਹੈ ਸਾਡੇ ਅੰਦਰ ਕਿ ਸਾਡਾ ਬ੍ਰੇਨ ਯਾਦ ਰੱਖਦਾ ਕਿ ਆਹ ਬੰਦੇ ਦੀ ਹੈਬਿਟ ਇਸ ਤਰ੍ਹਾਂ, ਸਾਡਾ ਜੂਨੀਅਰ ਇੱਦਾਂ ਦਾ, ਸਾਡਾ ਸੀਨੀਅਰ ਇੱਦਾਂ ਦਾ, ਸਾਡਾ ਫਲਾਣਾ ਕਸਟਮਰ ਇੱਦਾਂ ਦਾ, ਸਾਡਾ ਰਿਸ਼ਤੇਦਾਰ ਇੱਦਾਂ ਦਾ। ਸੋ ਲਾਈਕ ਦਿਸ ਮੈਂ ਉਮੀਦ ਕਰਦਾ ਕਿ ਇਸ ਸੈਸ਼ਨ ਦੇ ਵਿੱਚ ਜਿੰਨੀ ਵੀ ਹਲੇ ਤੱਕ ਗੱਲਬਾਤ ਹੋਈ ਹੈ ਬਹੁਤ ਹੀ ਸੁਚੱਜੇ ਤਰੀਕੇ ਨਾਲ ਤੁਹਾਨੂੰ ਸਮਝ ਆ ਰਹੀ ਹੈ। ਫਿਰ ਵੀ ਤੁਹਾਡੇ ਕੋਈ ਕੁਐਸਚਨਸ ਹੋਣ ਜ਼ਰੂਰ ਮੈਨੂੰ ਹਾਈਲਾਈਟ ਕਰਿਆ ਕਰੋ, ਵੌਇਸ ਮੈਸੇਜ ਪਾ ਦਿਓ, ਮੈਨੂੰ WhatsApp ਕਰ ਦਿਓ, ਰਿਟਨ ਕਰ ਦਿਓ। ਮੈਂ ਆਪਣਾ ਸੁਭਾਗਿਆ ਸਮਝਾਂਗਾ ਉਹਨਾਂ ਚੀਜ਼ਾਂ ਤੇ ਉਹਨਾਂ ਕੁਐਸਚਨਸ ਤੇ ਤੁਹਾਨੂੰ ਆਨਸਰ ਕਰਾਂਗਾ ਔਰ ਤੁਹਾਡੀ ਕੁਐਰੀਜ਼ ਜੋ ਵੀ ਆਉਣਗੀਆਂ ਉਹਨਾਂ ਨੂੰ ਰਿਜ਼ੋਲਵ ਕਰਾਂਗਾ ਪ੍ਰੋਪਰਲੀ ਹੈਂਡਲ ਕਰਦੇ ਹੋਏ। ਸੋ ਦੋਸਤੋ, ਇੰਨਾ ਸਮਝਣ ਤੋਂ ਬਾਅਦ ਸਾਨੂੰ ਇੱਕ ਚੀਜ਼ ਕਲੀਅਰ ਹੋ ਚੁੱਕੀ ਹੈ ਕਿ ਅਸੀਂ ਕਈ ਚੀਜ਼ਾਂ ਨੂੰ ਜਿਹੜਾ ਸਹੀ ਸਮਝਦੇ ਹੋਏ ਵੀ ਕਿਤੇ ਠੋਕਰ ਖਾਂਦੇ ਆ ਔਰ ਉੱਥੇ ਆਪਣੇ ਆ ਕੇ ਖਾਤਾ ਡੈਬਿਟ ਕਰਦੇ ਆ ਆਪਣੀ ਫੇਟ ਦਾ, ਆਪਣੀ ਡੈਸਟੀਨੀ ਦਾ। ਇਟ ਮੀਨਸ ਉਹ ਵੀ ਸਾਡਾ ਇੱਕ ਨਿਊਰੋਲੋਜੀਕਲ ਪੈਟਰਨ ਹੈ ਕਿ ਵੀ ਗਿਵ ਅਪ, we feel depressed and we feel like that we should debit the account of our fate कि मेरी तो किस्मत ही ऐसी सी। अपने आप ਨੂੰ ਆਪ ਹੀ ਆਪਾਂ ਸੋਲੇਸ ਕਰਦੇ ਆ, ਆਪਣੇ ਆਪ ਨੂੰ ਆਪ ਹੀ ਆਪਾਂ ਜਿਹਨੂੰ ਕਹਿੰਦੇ ਆ ਸੰਤਾਵਨਾ ਦਿੰਨੇ ਆ ਕਿ ਠੀਕ ਹੈ ਯਾਰ ਇਹ ਕਿਸਮਤ 'ਚ ਇੱਦਾਂ ਸੀਗਾ, ਹੋ ਗਿਆ, ਅੱਗੇ ਵਧਦੇ ਹਾਂ। ਜਦ ਕਿ ਉਹ ਕਿਸਮਤ 'ਚ ਨਹੀਂ, ਸਾਡਾ ਹੀ ਕੋਈ ਰੋਂਗ ਪੈਟਰਨ ਸੀ ਜਿੱਥੇ ਆ ਕੇ ਉਹ ਹੈਬਿਟ ਦੇ ਵਿੱਚ ਸਾਨੂੰ ਹੀ ਨਹੀਂ ਪਤਾ ਸੀ ਔਰ ਸਾਡੀ ਹੀ ਕੁਝ ਗਲਤੀਆਂ ਦੇ ਨਾਲ ਅੱਗੇ ਜਾ ਕੇ ਸਾਨੂੰ ਠੋਕਰ ਲੱਗੀ ਔਰ ਅਸੀਂ ਉਸ ਤੋਂ ਬਾਅਦ ਆਪਣੇ ਆਪ ਨੂੰ ਫਿਰ ਚੇਂਜ ਕੀਤਾ। ਔਰ ਜੋ ਮੇਰੇ ਸਾਰੇ ਸੈਸ਼ਨਸ ਦਾ ਇੱਕ ਮਾਸਟਰ ਟੌਪਿਕ ਹੈ ਨਿਊਰੋ ਲਿੰਗੁਇਸਟਿਕਸ ਪ੍ਰੋਗਰਾਮਿੰਗ, ਇਹ ਬੜੀ ਡਾਇਨਾਮਿਕ ਹੈ। ਇਹ ਜਿੰਨੇ ਵੀ ਸੈਸ਼ਨਸ ਮੈਂ ਲੈ ਕੇ ਆ ਰਿਹਾ ਇਹ ਸਾਰੇ ਇਨਰ ਵਰਲਡ ਦੇ ਨਾਲ ਰਿਲੇਟਡ, ਸਾਈਕੋਲੋਜੀਕਲ ਵਰਲਡ ਦੇ ਨਾਲ ਰਿਲੇਟਡ ਨੇ ਔਰ ਇਹ ਕਾਫੀ ਕੁਝ ਮੈਂ ਇਸੇ NLP ਸਾਇੰਸ ਤੋਂ ਹੀ ਸਿੱਖਿਆ ਔਰ ਕ੍ਰੈਡਿਟ ਇਹਨੂੰ ਦਿੰਦੇ ਹੋਏ ਮੈਂ ਤੁਹਾਡੇ ਅੱਗੇ ਬਾਰ-ਬਾਰ ਡਿਫਰੈਂਟ ਸੈਸ਼ਨਸ ਲੈ ਕੇ ਪੇਸ਼ ਹੁੰਦਾ ਰਹਿਣਾ। ਸੋ ਦੋਸਤੋ, ਪ੍ਰੈਜ਼ੈਂਟ, ਫਿਊਚਰ, ਪਾਸਟ, ਸੈਂਟਰ ਦੇ ਵਿੱਚ ਪ੍ਰੈਜ਼ੈਂਟ। ਪ੍ਰੈਜ਼ੈਂਟ ਮਤਲਬ ਪ੍ਰੀਸੈਂਟ। ਪ੍ਰੀਸੈਂਟ ਕੀ ਹੈ? ਐਨਰਜੀਜ਼। ਅਗਰ ਸਾਡਾ ਬ੍ਰੇਨ ਐਜ਼ ਅ ਸਰਵੈਂਟ ਐਕਟ ਕਰ ਰਿਹਾ ਸਾਡੇ ਮਨ ਦੇ ਥੱਲੇ, ਸਾਡੇ ਮਾਈਂਡ ਦੇ ਥੱਲੇ, ਤਾਂ ਸਾਡੇ ਕੋਲ ਇੱਕ ਪਾਵਰ ਮਿਲ ਜਾਂਦੀ ਹੈ। ਜੇ ਵਾਈਸ ਵਰਸਾ ਉਲਟਾ ਹੈ, ਜੇ ਬ੍ਰੇਨ ਮਾਸਟਰ ਹੈ ਫਿਰ ਸਾਡੇ ਕੋਲ ਪਾਵਰ ਨਹੀਂ ਹੁੰਦੀ। ਅਗਰ ਸਾਡਾ ਮਨ ਮਾਸਟਰ ਹੈ, ਮਨ ਕੀ ਹੈ? ਇੱਕ ਅਵੇਅਰਨੈਸ, ਇੱਕ ਥਰਡ ਪਰਸਪੈਕਟਿਵ ਜਿੱਥੇ ਕਿ ਅਸੀਂ ਆਪਣੇ ਵਿਟਨੈਸ ਜਾਂ ਆਪਣੇ ਸਾਖੀ ਆਪ ਬਣਦੇ ਹਾਂ। ਦੈਟ ਮੀਨਸ ਅਸੀਂ ਆਪਣੇ ਆਪ ਨੂੰ ਵੀ ਵਾਚ ਕਰਦੇ ਹਾਂ ਇੱਕ ਥਰਡ ਪਰਸਪੈਕਟਿਵ ਤੋਂ ਲੈ ਕੇ ਕਿ ਅਸੀਂ ਸਹੀ ਹੈ ਕਿ ਗਲਤ ਹੈ, ਆਡਿਟ ਕਰਦੇ ਹਾਂ। ਉੱਥੇ ਆ ਕੇ ਸਾਨੂੰ ਆਪਣੇ ਆਡਿਟ ਕਰਨ ਤੋਂ ਬਾਅਦ ਪਤਾ ਲੱਗਦਾ ਸਾਡੀਆਂ ਗਲਤੀਆਂ ਦਾ, ਸਾਡੀ ਫੋਲੀਜ਼ ਦਾ, ਕਿ ਕਿੱਥੇ ਅਸੀਂ ਕਿੱਦਾਂ ਪਰਫਾਰਮ ਕਰ ਰਹੇ ਹਾਂ, ਸਾਡੀ ਇੰਟੈਲੀਜੈਂਸ ਦਾ। ਸੋ ਲਾਈਕ ਦਿਸ ਵੈਨ ਵੀ ਆਡਿਟ ਆਵਰ ਸੈਲਫਸ keeping as a third perspective, that position is called as awareness, consciousness, mindfulness। और अगर ये quality साढ़े develop हो जाती है then we can manifest anything and that manifestation gives us practical results also in our present। so मैं गल कर रहा सी, present means present energy from our own self to generate our future accordingly and as per our own desires, our own manifestation। बहुत वड्डी गल है, बहुत डूंगी गल है। ये सारियां चीज़ां फिर लिंक होंदियां साडे आग्या चक्कर दे नाल, साडे पिनियल ग्लैंड दे नाल, जिन्हों आपां थर्ड आई भी कह दिंदे आ, दसम द्वार भी कह दिंदे आ। मेरे होर कई सैशनस हैगे ने इन्हां टॉपिक्स नूं तुसीं मेरे डिफरेंट सैशनस तो भी गो थ्रू कर सकते हो। हू एम आई मेरे सैशनस हैगे ने इस टॉपिक ते, उत्थों तुहानूं काफ़ी डिटेल समझ आ जाएगी। होर भी काफ़ी डिफरेंट हैड्स दे नाल मैं काफ़ी NLP साइंस दे विच जो भी सैशनस लैके आया जरूर गो थ्रू करना। डिफरेंट सैशनस है, नंबर ऑफ सैशनस है, काफ़ी चीज़ां दी तुहानूं उत्थों समझ आएगी।
सो फोकस दोबारा तो अपने अज के मेन टॉपिक ते लिआंदे होए गल कर रहे सी प्रेजेंट। प्रेजेंट मीनस प्रीसेंट। अगर प्रीसेंट एनर्जी साडी पॉजिटिव है तो ये प्रेजेंट विच साडे लई जो भी फ्यूचर का एक एक पल साडे प्रेजेंट विच कंसीव हो रहा वो बहुत ही, अगर वो अच्छी एनर्जीज है तो वो डिलीवरी मतलब जो भी साडा पास्ट बन रहा वो अच्छा क्रिएट हो रहा। साडे कोल हर एक सैकेंड नूं बितान लई कॉन्शियसनैस की जरूरत है। पता ही नहीं लगता जो हम गलबात करते पे सैशन कितना लंबा बिचों चलता आ रहा, जिन्ना लंघ गया पास्ट हो गया, जो मैं अगे बोल रहा हैं फ्यूचर है, जो मैं हुण बोल रहा हैं प्रेजेंट है। देखो कितना डायनामिक प्रोसेस हैगा और ये सारी फाउंडेशन साडे ही अंदर है। टू एवरी एक्शन देयर इज एन इक्वलेंट एंड अपोजिट रिएक्शन। इसे थ्योरी ते लॉ ऑफ अट्रैक्शन काम कर रहा है। जैसी दृष्टि वैसी सृष्टि, मेरा एक पेट कोट है, मैं काफ़ी सैशनस रिपीट करता रहना। मतलब एक प्रीसेंट एनर्जी अच्छी रखांगे। जो अज का भी दौर जा रहा इस आइसोलेशन पीरियड दे विच इस वायरस नूं लैके, इहदे च भी दोस्तों मैं तुहानूं दसना चाहांगा कि अपने न्यूरोलॉजिकल पैटर्नस जो असी अंदर अगर गलत बना ले, जो भी सानू थ्रैट्स न्यूज़ दे विचों मिल रहा, मीडिया तो मिल रहा, एक पैनिक मिल रहा, अगर असी उन्होंने डेली कंटैंपलेट करते गए, रिपीट करते गए, मतलब वो फर्स्ट स्टेज कैमिकल न्यूरोप्लास्टिसिटी रिपीट करते गए, फिर सैकेंड बन गई स्ट्रक्चरल, थर्ड मतलब फंक्शनल जो कि साडे लिए एक एमरजेंसी बन जाएगी स्ट्रक्चरल नूं चेंज करन लई। उहदे विच कितनी कॉम्पलैक्सिटीज़ आउणगीआं कि वो जो अज के दौर चो आपां अज तकरीबन 40 दिन हो गए घर बैठे, एक 40 पूरा होने जा रहा। 40 कहते हैं कि कोई भी हैबिट लई बड़ा सफिशेंट टाइम हुंदा कि वो पक जाती है। पहला 21 डेज होंगे, उस तो बाद 40 डेज आर मैक्सिमम एंड सफिशेंट रिक्वायर्ड फॉर द फॉर्मेशन ऑफ एनी काइंड ऑफ हैबिट। सो अगर असी टोटली पैनिक विच रहना सीख गए, पैनिक दे तुहानूं मैं काफ़ी नैगेटिव रिजल्ट्स या नैगेटिव कैमिकल्स दसे साडी बॉडी च प्रोड्यूस होंदे ने, उन्हां दा की इंपैक्ट आएगा साडी बॉडी ते। अगर वो स्ट्रक्चरल फॉर्म दे विच साडियां ये पैनिक ने हैबिट्स पक्कियां करतियां तो दोस्तों ये वायरस के चले जाने तो बाद भी वाहिगुरू की इन्नी किरपा होवे कि वायरस जल्दी चला जाए। सो उस गुरु की किरपा नाल ही इन्हें जाना है। तो इस इम्तिहान चों आपां वधिया तरीके नाल उभर के बाहर भी आना है। सो कहने का मतलब है कि अज का जो मेन टॉपिक है न्यूरोप्लास्टिसिटी के नाल अज के दौर नूं मद्देनज़र रखते हुए आपां अच्छियां हैबिट्स नूं पालीए, अपना इस आइसोलेशन पीरियड नूं अच्छियां हैबिट्स विच इन्वेस्ट करिए, ना कि ये पैनिक क्रिएट जो साडे आस पास हो रहा। अगर आप इनू स्ट्रक्चरल फॉर्म दे विच हैबिट्स बना गए, साडा इम्यून सिस्टम एक इन्हां पैनिक वाली हैबिट्स चों वीक बनना सीख गया, दोस्तों ये डिप्रैशन है, ये साडियां लाइफ दी पॉजिटिव एनर्जीज दा सप्रैशन है। और यही डिप्रैशन चों निकलण लई ये वायरस जान तो बाद भी सानू काफ़ी ज़्यादा समा लग सकता। तो इत्थे आके तो एक छोटी जी वार्निंग अपने आप में देनी चाहिए है कि अपडेशन रखिए की हो रहा, प्रिकॉशन बरतीए, तहे दिलों जो भी साडियां गवर्नमेंट्स कह रही हैं, एडमिनिस्ट्रेशन कह रही है, प्रिकॉशनस बरतते हुए अगे वधिए और समझिए कि असी स्ट्रक्चरल फॉर्म दे विच कोई भी हैबिट फॉर्म नहीं करनी। और जिन्हां दोस्तों ने अगर कुछ फॉर्म पिछले 40 दिन कर लिया, वो फंक्शनल तीसरे स्टैप पे आके समझण दी लोड़ है कि जो भी फिर स्ट्रक्चरल फॉर्म की हैबिट नूं असीं ब्रेक करना है, एक नवी हैबिट पालनी, पहला पॉज करना पएगा अपने आप नूं, एक थर्ड परस्पैक्टिव नूं अपने आप तो देखना पएगा, कॉन्शियसनैस नूं देख के कॉन्शियसनैस अपने आप च बनते हुए अपने माइंड नूं अपने ब्रेन का मास्टर बनाते हुए अपनी उस हैबिट से एनालाइज करना पएगा, ऑडिट करना पएगा कि इनू किद्दां असी छड्ड सकते हैं। छड्डण दा रस्ता मैं काफ़ी सैशनस दे विच दसदा रहना। अज भी इस टॉपिक नूं लैके जो तुहानूं मैं गाइड करन दी कोशिश कीती है, मैं उम्मीद करदा काफ़ी हद तक तुहानूं समझ आया होएगा।
नहीं तो रिपीट करके देख लो, होर इहदी डेप्थ तय हो जाएगी। सो अगर कुछ हैबिट्स गलत पैनिक ने बनातियां, उन्होंने आपां हुणे चेंज कर लिए, दिस इज़ द राइट टाइम। वरना एक नैगेटिव एटीट्यूड एक नैगेटिव एटीट्यूड बनाएगा। अगर आप इनू इत्थे ब्रेक कर दें, इट विल बी टू गुड कि थर्ड स्टेज ते आपां उधरों आपां थर्ड परस्पैक्टिव बनीए अपना, तो दोबारा तो फर्स्ट स्टेज ते कोई नवी हैबिट पालनी है कि बी पॉजिटिव, कुछ नहीं होया गलत, कुछ नहीं होएगा। और इहदे नाल की होएगा दोस्तों, मैं ज़्यादा डैप्थ विच ना जाते हुए, कलैक्टिव कॉन्शियस का मेरा अलग तो एक सैशन है, तुसीं वो भी देख लेना, उहदे काफ़ी डिस्कस किया हैल्थ नूं लैके, होर कई टॉपिक्स हैगे ने उन्हां ते डिस्कस किया, तुसीं उन्हां नूं गो थ्रू कर लेना। लाफ्टर इज़ द बेस्ट मैडिसिन, वो भी एक मेरा सैशन बहुत अच्छा है, उन्होंने भी तुसीं जरूर सुनना। सो अपनी हैबिट्स नूं आपां आप ही बदलना है, आप ही पालना है, अपने एप्टीट्यूड नूं, अपने एटीट्यूड नूं। सारा कुछ अगर रब ने सानू अपने ही हाथ दिता है, तो फिर तो दोस्तों आपां नूं रियलाइज कर लेना चाहिए कि नैवर डेबिट और क्रेडिट द अकाउंट ऑफ आवर डेस्टिनी और सो कॉल्ड फेट। इन्हां शब्दां दे नाल उम्मीद करदा दोस्तों तुहानूं काफ़ी चीज़ां समझ आईयां। जनरेशन, प्रेजेंटेशन एंड क्रिएशन, मतलब जनरेशन अपने फ्यूचर नूं प्रेजेंट विच जनरेट करना विद टोटल पॉजिटिव प्रीसेंट एनर्जीज, कॉन्शियसनेस becoming the master of our brain, becoming the consciousness as a mind to capture our brain and to reform ourselves and to awaken ourselves and to evolve ourselves like a lotus above the filth. So दोस्तों, ये जिहड़ी प्लास्टिसिटी है, ये प्लास्टिक जिस तरह गर्म करके कोई भी शेप ले लेंदी है, असी अपने आप को भी मित्रों कोई भी शेप दे सकते हैं, और उस शेप ने डिसाइड करना है कि साडा फ्यूचर की होएगा, साडा प्रेजेंट की होएगा और किदां दा साडा पास्ट होएगा। और अगर अज तक साडे पास्ट दे विच कुछ भी गलत हो चुका है, दर्दनाक हो चुका है, उन्हें भी एक पैटर्न साडे अंदर परमानेंट बनाए हुए ने, उन्होंने भी क्रैक करने की लोड़ है, मतलब लैट गो वाली पॉलिसी बनाने की लोड़ है। अगर आप उस पास्ट तो छुटकारा पा लें, कोई भी कमर्शियल लाइफ दे विच होया जी, डोमैसटिक लाइफ दे विच होया, सोशल लाइफ दे विच होया, उस पास्ट नूं आपां लैट गो कर दिंदे आ, तो साडा वो न्यूरोलॉजिकल पैटर्न जो एक नैगेटिव बन चुका साडी बॉडी दे विच, उस पास्ट की एक यादगार नूं लैके वो आप ऑटोमैटिकली क्रैक हो जाएगा। और साडे पास्ट में जो भी अच्छी चीज़ां हुई, अच्छी हैपनिंग्स हुई, उन्होंने याद करिए, तो साडे उन्होंने याद करते हुए नवे न्यूरोलॉजिकल पैटर्नस जो साडे दर्दनाक पास्ट तो सानू छुटकारा असी अपने आप में दवाना चाहते हैं, उहदे विच साडियां ही अच्छियां यादां सानू मदद करनगियां। इहदे वास्ते NLP हैड दे अंदर टैक्नीक्स है डिफरेंट, मेरे डिफरेंट सैशनस विच तुसीं देख सकते हो। एंकरिंग टैक्नीक है, मेरे पहले 5-7 सैशनस दे विच मैं एंकरिंग टैक्नीक नूं काफ़ी डैप्थ दे विच डिस्कस किया होया, उत्थों तुसीं इहदी नॉलेज ले सकते हो। सो माय डियर व्यूअर्स, माय लिसनर्स, मेरे श्रोते जो भी मैनूं सुन रहे हैं, मैं उम्मीद करदा कि इस टॉपिक नूं हुण आपां काफ़ी इस टॉपिक पर डिस्कशन कर ली है, इनू समअप करिए और यदि समेशन दे विच मैं तुहानूं यही रिक्वेस्ट करांगा कि बी पॉजिटिव टू बी हेल्दी। और साडा इनर वर्ल्ड, साइकोलॉजिकल वर्ल्ड ही साडा एक ऐसा प्रोजैक्टर है जिहदी साडी आउटर वर्ल्ड की जो स्क्रीन है, जिदा थिएटर दे विच एक ब्लैंक स्क्रीन होंदी है और पिछों इनर वर्ल्ड चों उहदे पिछों एक डार्क रूम दे विचों वो प्रोजैक्टर चल के अगे पिक्चर साडे अगे डिस्पले करदा है।
सेम प्रोसैस है दोस्तों। साडा साइकोलॉजिकल वर्ल्ड जो भी है प्रोजैक्टर है, और जिद्दां दा साडे साइकोलॉजिकल वर्ल्ड दे विच साडी सोच है, उदां दी ही फिल्म साडे आउटर वर्ल्ड दे विच चल जानी है, साडे ही अगे, साडे ही प्रेजेंट फॉर्म दे विच आ जानी है, साडे फ्यूचर चों निकलदे होए साडे प्रेजेंट विच कंसीव हुंदे होए, और साडी पास्ट दियां डिलीवरीज हो जानी है उस प्रेजेंट चों। सो कहने का मतलब है इंप्रूव योर इनर वर्ल्ड। बड़े अच्छे एक लेखक ने लिखा, मैं पढ़िया कि हर एक इंसान का होना, मतलब हर एक इंसान का जो भी उसकी एग्जिस्टेंस है, उसका होना जो हुंदा है वो ना होने चो हुंदा है। कि हर एक इंसान का होना ना होने से होता है, और हर ना होने में से हर एक होने का जन्म होता है। मतलब कि साडे साइकोलॉजिकल इनर वर्ल्ड दे विचों ही साडा आउटर वर्ल्ड डिसाइड हुंदा है। साडा बर्थ भी इदां ही हुंदा है कि साडा एक प्रोसैस है जो साडे मदर फादर सोचते हैं, एक इंटेंशन रखते हैं अगे अपनी औलाद लई, तो साडी एग्जिस्टेंस आती है। ऐदां ही जो साडे अंदर असी कंसीव किया होया साडे इनर साइकोलॉजिकल वर्ल्ड दे विच, ओदी ही डिलीवरी साडे आउटर वर्ल्ड दे विच दोस्तों सानू मिलती है। इन्हां शब्दां दे नाल दोस्तों तुहाडे को इजाजत लेना। उम्मीद करदा कि ये सैशन काफ़ी डैप्थ विच जांदे होए तुहानू ग्रेट मैसेज दे के गया, और वो मैसेज तुहाडी लाइफ दे विच अच्छियां चेंजिस लैके आएगा। सो ऐदां ही तुहाडे हौसले अगर बुलंद ने तो मेरा हौसला ऑटोमैटिकली बुलंद है नवे सैशनस तुहाडे अगे पेश करन लई। सो मैं अपनी ये ड्यूटी टाइमली पूरी करता रहना, और तुहाडियां ही बेस्ट विशेज़ है, ब्लैसिंग्स है, जो कि मेरे अंदरूनी दुनिया दे विच मैनूं एक हौसला दिंदियां। मेरा एक हौसला वधदा रहिंदा है, और ਉਹਦੀ ही पेशकश तुहाडे अगे हुंदी रहिंदी है। अ ग्रेट राउंड ऑफ अपलॉज फॉर यू दोस्तों। तुसीं मैनूं सुनिया, मैनूं मन्निया, थैंक्स टू यू। अ ग्रेट राउंड ऑफ अपलॉज टू यू। वंस अगेन pay my gratitude to you for listening me. Stay healthy, be blessed. Once again, Sat Shri Akal, Namaste and Salam Walaikum to you. Bye bye.